ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਤੋ ਜੀ ਕਿਸਾਨ ਭਾਈਓ, ਡਿਸਕਸ਼ਨ ਬਹੁਤ ਜ਼ਰੂਰੀ ਹੈ ਇਹਨਾਂ ਦਿਨਾਂ ਦੇ ਵਿੱਚ। ਸਾਡੀ ਜਿਹੜੀ ਇਹ ਗੰਦਮ ਦੀ ਫਸਲ ਆ ਨਾ, ਇਹਦੇ 'ਤੇ ਅਗਰ ਅਸੀਂ ਜਿਤਨੀ ਜ਼ਿਆਦਾ ਵੀ ਗੱਲਾਂ ਕਰ ਲਈਏ ਨਾ, ਜਿਤਨੀ ਜ਼ਿਆਦਾ ਬੈਠਕ ਕਰਾਂਗੇ, ਜਿਤਨਾ ਜ਼ਿਆਦਾ ਪਾਣੀ ਦੇ ਮੁਤਲਕ, ਖਾਦ ਦੇ ਮੁਤਲਕ, ਹਰ ਚੀਜ਼ ਦੇ ਮੁਤਲਕ, ਉਤਨਾ ਹੀ ਸਾਡਾ ਫਾਇਦਾ। ਇਸੇ ਸਿਲਸਿਲੇ ਦੇ ਵਿੱਚ ਅੱਜ ਨੌਜਵਾਨ ਜਿਹੜਾ ਨਾ, ਇਹ ਕੋਈ ਗੱਲ ਪੁੱਛਣਾ ਚਾਹੁੰਦਾ, ਇਹਨਾਂ ਨੂੰ ਪੁੱਛਦੇ ਹਾਂ ਕਿ ਕੀ ਗੱਲ। अस्सलाम वालेकुम जी। वालेकुम अस्सलाम शाहिद भाई, किस हाँ तरह तबीयत ठीक हाँ हो? ठीक है, माशाल्लाह दुआवां। खैरियत। हाँ खैरियत। अच्छा शाहिद भाई, जिस तरह ਤੁਸੀਂ ਦੇਖ ਰਹੇ ਹੋ ਸਾਡੇ ਪਿੱਛੇ ਗੰਦਮ ਦੀ ਫਸਲ ਬਹੁਤ ਸਾਰੀਆਂ ਜਗ੍ਹਾ ਤੋਂ ਮਤਲਬ ਪੀਲੀ ਪੜ ਗਈ ਹੈ, ਯਾਨੀ ਕਿ ਕੀ ਮਸਲਾ, ਕੀ ਵਜੂਹਾਤ ਹੈ, ਕਿਸ ਚੀਜ਼ ਦੀ ਨਿਊਟ੍ਰੀਸ਼ਨ ਦੀ ਕਮੀ ਜਿਸ ਵਜ੍ਹਾ ਤੋਂ ਸਾਡੀ ਗੰਦਮ ਦੀ ਫਸਲ ਪੀਲੀ ਹੋ ਗਈ? ਪੀਲੀ। ਤੁਸੀਂ ਇਸ ਤੇ ਕੋਈ ਆਪਣਾ ਰੋਸ਼ਨੀ ਪਾ ਸਕਦੇ ਹਾਂ ਬਿਲਕੁਲ, ਇਸ ਤੇ ਨੁਕਤਾ ਨਜ਼ਰ ਮੈਂ ਬਿਆਨ ਕਰ ਦਿੰਦਾ ਵਾਂ ਠੀਕ ਹੈ ਕਿ ਗੰਦਮ ਦਾ ਪੀਲਾਪਨ ਵੀ, ਗੰਦਮ ਪੀਲੀ ਕਿਉਂ ਹੋ ਜਾਂਦੀ ਹੈ। ਇਹਦੇ ਵਿੱਚ ਬਹੁਤ ਜ਼ਿਆਦਾ ਲੰਬਾ ਮੈਂ ਨਾਜ਼ਰੀਨ ਨਹੀਂ ਦੱਸਾਂਗਾ ਤੁਹਾਨੂੰ ਕਿਸਾਨ ਭਾਈਆਂ ਨੂੰ। ਇਹਦੇ 'ਚ ਤੁਸੀਂ ਨਾ 2 3 4 ਗੱਲਾਂ ਜਿਹੜੀਆਂ ਨਾ, ਉਹਦੇ 'ਤੇ ਤੁਸੀਂ ਪੂਰਾ ਅਮਲ ਪੈਰਾ ਹੋਣਾ ਵਾ, ਫਿਰ ਇਨਸ਼ਾ ਤਾਲਾ ਪੀਲੇਪਨ ਤੋਂ ਜਾਨ ਛੁੱਟ ਸਕਦੀ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਗੰਦਮ ਕਾਸ਼ਤ ਕਰ ਲਈ, ਅਸੀਂ ਉਹਨੂੰ ਪਾਣੀ ਦੇਣਾ, ਆਬਪਾਸ਼ੀ ਕਰਨੀ। ਇੱਕ ਤਾਂ ਆਬਪਾਸ਼ੀ ਤੁਸੀਂ ਕੋਸ਼ਿਸ਼ ਕਰੋ ਵੀ 25 ਕੁ ਦਿਨ ਤੇ 25 ਕੁ ਦਿਨ ਦੇ ਅੰਦਰ ਅੰਦਰ ਆਬਪਾਸ਼ੀ ਕਰਨੀ ਹੈ। ਬਹੁਤਾ ਲੇਟ ਵੀ ਨਹੀਂ ਕਰਨਾ ਔਰ ਬਹੁਤੀ ਜਲਦੀ ਵੀ ਨਹੀਂ ਕਰਨੀ। ਠੀਕ ਹੈ। ਜ਼ਮੀਨ ਦੀ ਨੋਈਅਤ ਨੂੰ ਲਾਜ਼ਮਨ ਦੇਖਣਾ ਵਾ। ਅਗਰ ਤਾਂ ਜ਼ਮੀਨ ਹੈਗੀ ਆ ਰੇਤਲੀ, ਫਿਰ ਉਸ ਹਿਸਾਬ ਨਾਲ ਆਬਪਾਸ਼ੀ ਹੋਏਗੀ। ਅਗਰ ਤੁਹਾਡੀ ਜ਼ਮੀਨ ਮੈਰਾ ਵਾ, ਫਿਰ ਉਸ ਹਿਸਾਬ ਨਾਲ। ਅਗਰ ਤੁਹਾਡੀ ਜ਼ਮੀਨ ਕਲਰਾਠੀ ਆ ਨਾ, ਤੇ ਫਿਰ ਆਬਪਾਸ਼ੀ ਮਤਲਬ ਆਬਪਾਸ਼ੀ ਦੇ ਵਿੱਚ ਬੜੀ ਸੰਜੀਦਗੀ ਇਖਤਿਆਰ ਕਰਨੀ ਹੈ। ਠੀਕ ਹੈ। ਇੱਕ ਦਫਾ ਅਗਰ ਤੁਸੀਂ ਪਾਣੀ 'ਚ ਗਲਤੀ ਕਰ ਲਈ ਨਾ, ਤੇ ਸਮਝ ਲਓ ਵੀ ਸਟ੍ਰੈਸ 'ਚ ਆ ਜਾਏਗੀ ਫਸਲ, ਔਰ ਐਂਡ ਤੱਕ ਉਹਦੀ ਉਹ ਲੋਕੇਸ਼ਨ ਜਾਂ ਉਹਦੀ ਉਹ ਲੁੱਕ ਨਹੀਂ ਬਣਨੀ ਜਿਹੜੀ ਸਾਨੂੰ ਉਸਦੀ ਜ਼ਰੂਰਤ ਆ। ਅੱਛਾ, ਪਹਿਲੀ ਆਬਪਾਸ਼ੀ ਕਰਦਿਆਂ ਹੋਇਆਂ ਨਾ ਤੁਸੀਂ ਕੋਸ਼ਿਸ਼ ਕਰਨੀ ਆ ਕਿ ਤੁਹਾਡੀ ਜ਼ਮੀਨ ਦਾ ਲੈਂਡ ਲੈਵਲ ਹੋਣਾ ਬਹੁਤ ਜ਼ਰੂਰੀ ਹੈ। ਠੀਕ ਹੈ। ਅਗਰ ਤੁਹਾਡਾ ਲੈਵਲ ਹੋਏਗਾ, ਇੱਕ ਤਾਂ ਤੁਹਾਡੀ ਪਾਣੀ ਦੀ ਖਪਤ ਬਹੁਤ ਘੱਟ ਹੋਏਗੀ। ਦੂਸਰਾ, ਤੁਸੀਂ ਮਤਲਬ ਆਪਦੀ ਪਾਣੀ ਦੇ ਬਹਾਓ ਦੇ ਮੁਤਾਬਕ ਕਨਾਲ 10 ਮਰਲੇ ਰਹਿੰਦਿਆਂ ਹੋਇਆਂ ਟੁੱਕਾ ਬੰਦ ਕਰਨਾ। ਠੀਕ ਹੈ। ਇਹ ਕਿ ਨਹੀਂ, ਬਾਅਦ ਬੰਦੇ ਇੱਦਾਂ ਕਰਦੇ ਆ ਕਿ ਵੱਟ ਦੇ ਨਾਲ ਪਾਣੀ ਲੱਗਾ ਜਾ ਕੇ, ਫਿਰ ਪਿੱਛੋਂ ਟੁੱਕਾ ਬਣਨਾ। ਉਹ ਫਿਰ ਕੀ ਹੁੰਦਾ ਵਾ, ਕਲਰਾਠੀ ਜ਼ਮੀਨ ਆ ਜਾਂ ਚਿਕਨੀ ਜ਼ਮੀਨ ਆ, ਉਹ ਪਾਣੀ ਨਹੀਂ ਪੀਂਦੀ। ਪਾਣੀ ਉਹਦੇ 'ਚ 24 ਘੰਟੇ ਜਾਂ 36 ਘੰਟੇ ਖੜਾ ਹੋ ਜਾਂਦਾ। ਖੜਾ ਹੋਣ ਦੀ ਵਜ੍ਹਾ ਨਾਲ ਥੱਲੋਂ ਜਿਹੜੀਆਂ ਜੜ੍ਹਾਂ ਨਾ, ਉਹ ਮੁਤਾਸਰ ਹੋ ਜਾਂਦੀਆਂ ਔਰ ਗੰਦਮ ਸਾਡੀ ਪੀਲੀ ਹੋ ਜਾਂਦੀ। ਠੀਕ ਹੈ। ਅੱਛਾ, ਦੂਸਰੀ ਇਹ ਹੋ ਜਾਂਦੀ ਆ ਕਿ ਅਸੀਂ ਯੂਰੀਆ ਖਾਦ ਦੇਣ ਲੱਗਿਆਂ ਖਿਆਲ ਨਹੀਂ ਕਰਦੇ, ਕਿਉਂਕਿ DAP ਤੇ ਅਸੀਂ ਪਹਿਲੇ ਦੇ ਲਈ ਬਿਜਾਈ ਵੇਲੇ। ਯੂਰੀਆ ਖਾਦ ਤੁਸੀਂ ਆਪਦੀ ਜ਼ਮੀਨ ਦੀ ਨੋਈਅਤ ਦੇ ਮੁਤਾਬਕ, ਅਗਰ ਤਾਂ ਤੁਹਾਡੀ ਜ਼ਮੀਨ ਪਾਣੀ ਖੜਾ ਕਰਦੀ ਆ ਕੋਈ 10-12 ਘੰਟੇ ਲਈ, ਫਿਰ ਤੁਸੀਂ ਯੂਰੀਆ ਪਹਿਲੇ ਵੀ ਤੁਸੀਂ ਛੱਟਾ ਕਰ ਸਕਦੇ ਹੋ। ਠੀਕ ਹੈ। ਉਹ ਤੁਹਾਡਾ ਯੂਰੀਆ ਪੂਰਾ ਲੱਗ ਜਾਏਗਾ। ਅਗਰ ਤੁਹਾਡੀ ਜ਼ਮੀਨ ਰੇਤਲੀ ਆ, ਪਾਣੀ ਪੀ ਜਾਂਦੀ ਆ, ਤੇ ਫਿਰ ਤੁਸੀਂ ਪਾਣੀ ਲਾਉਣ ਤੋਂ ਬਾਅਦ ਫਿਰ ਛੱਟਾ ਕਰਨਾ ਯੂਰੀਆ ਦਾ। ਠੀਕ ਹੈ ਸ਼ਾਹਿਦ, ਇਨਸ਼ਾ ਤਾਲਾ ਤੁਹਾਡੀ ਗੰਦਮ ਪੀ। ਅੱਛਾ, ਤੀਸਰਾ, ਜੜੀ ਬੂਟੀ ਦਾ ਸਪਰੇਅ। ਜੜੀ ਬੂਟੀ ਦਾ ਸਪਰੇਅ ਕਰਦਿਆਂ ਹੋਇਆਂ ਬਾਅਦ ਜ਼ਿਮੀਂਦਾਰ ਗਲਤੀ ਕਰ ਜਾਂਦੇ। ਉਹ ਕੀ ਕਰਦੇ ਆ ਕਿ ਫੁਹਾਰਾ ਜਿਹੜਾ ਨਾ, ਫਲੈਟ ਜਾਂ ਨਿਊਜ਼ ਇੱਦਾਂ ਉਹ ਪੁਰਾਣਾ ਤਰੀਕਾ ਇੰਝ ਕੀਤੀ ਜਾਣਾ, ਇਹ ਕੰਮ ਨਹੀਂ ਕਰਨਾ। ਤੁਸੀਂ ਟੀਜੈਟ ਨਿਊਜ਼ਲ ਇਸਤੇਮਾਲ ਕਰਨੀ, ਜਿਹਨੂੰ ਅਸੀਂ ਟੱਕ ਵਾਲਾ ਫੁਹਾਰਾ ਕਹਿੰਦੇ ਹਾਂ, ਹਾਲੋਕੋਨ ਨਿਊਜ਼ਲ ਜਿਹੜੀ। ਠੀਕ ਹੋ ਗਿਆ। ਅਗਰ ਤੁਸੀਂ ਟੱਕ ਵਾਲਾ ਫੁਹਾਰਾ ਇਸਤੇਮਾਲ ਕਰੋਗੇ ਤੇ ਤੁਹਾਡਾ ਜਿਹੜਾ ਲੇਬਰ ਵਾਲਾ ਬੰਦਾ ਆ ਰਿਹਾ ਨਾ, ਮਤਲਬ ਸਪਰੇਅ ਕਰ ਰਿਹਾ, ਤੁਸੀਂ ਅੱਗੇ ਖੜੋ ਜੋ ਔਰ ਉੱਥੇ ਤੁਸੀਂ ਕਾਨਾ ਕੱਢ ਦਿਓ। ਠੀਕ ਹੈ। ਕਾਨਾ ਕਿਉਂ ਕੱਢਣਾ? ਵੀ ਡਬਲ ਨਾ ਹੋ ਜੇ। ਜੋ ਹੀ ਡਬਲ ਫੁਹਾਰਾ ਪਿਆ ਤੇ ਤੁਹਾਡੀ ਕਣਕ ਪੀਲੀ ਹੋ ਜਾਣੀ ਹੈ। ਠੀਕ ਹੈ। ਅੱਛਾ ਯਾਰ, ਜੇ ਅਗਰ ਪੀਲੀ ਹੋ ਹੀ ਜਾਂਦੀ ਹੈ ਤੇ ਫਿਰ ਕੀ ਕਰਨਾ ਚਾਹੀਦਾ? ਉਹ ਇੱਕ ਝਟਕਾ ਜਿਹਾ ਤਰੀਕਾ ਤੁਹਾਨੂੰ ਦੱਸਦਾ। ਜਦੋਂ ਵੀ ਮੁਰੱਬੇ ਆਉਣਾ ਨਾ, ਉਹ ਤੁਹਾਡੇ ਕੋਲ 5-7 ਕਿਲੋ ਯੂਰੀਆ ਹੋਣਾ ਚਾਹੀਦਾ। ਤੁਸੀਂ ਜਿੱਦਾਂ ਧੋੜੀਆਂ ਨਹੀਂ, ਇੱਧਰ ਆਓ ਦਿਖਾਈਏ ਅਸੀਂ। ਦਿਖਾਓ। ਇੱਥੋਂ ਕੋਈ ਪਾਈਆ ਅੱਧਾ ਕਿਲੋ ਖਾਦ ਹੋਵੇ, ਉਹ ਇੱਥੇ ਤੁਸੀਂ ਛੱਟਾ ਕਰ ਦਿਓ ਅਸਰ ਤੋਂ ਬਾਅਦ। ਜਿਸ ਤਰ੍ਹਾਂ ਇਹ ਜਗ੍ਹਾ ਇਹ ਤੁਸੀਂ ਛੱਟਾ ਕਰ ਦਿਓ, ਠੀਕ 2 ਦਿਨ ਬਾਅਦ ਵੇਖ ਲਿਆ ਜੀ, ਇਹਦਾ ਪੀਲਾਪਨ ਖਤਮ ਹੋਏਗਾ। ਗਰਮ ਹੋ ਜਾਣਾ। ਹਾਂ, ਕਿਉਂਕਿ ਇੱਥੇ ਪੀਲਾਪਨ ਕਿਉਂ ਆ ਗਿਆ? ਸਪਰੇਅ ਦੀ ਵਜ੍ਹਾ, ਪਾਣੀ ਦੀ ਵਜ੍ਹਾ, ਥੱਲੇ ਕਲਰ ਦੀ ਵਜ੍ਹਾ। ਲੇਕਿਨ ਅਸੀਂ ਉੱਤੋਂ ਅਸੀਂ ਅਮਾਈਨੋ ਐਸਿਡ ਦਾ ਸਪਰੇਅ ਵੀ ਕਰ ਸਕਦੇ ਹਾਂ। ਨਿਊਟ੍ਰੀਸ਼ਨ ਅਸੀਂ ਉੱਤੋਂ ਵੀ ਦੇ ਸਕਦੇ, ਫੋਲੀਅਰ ਸਪਰੇਅ ਵੀ ਕਰ ਸਕਦੇ, ਜ਼ਿੰਕ ਦਾ ਸਪਰੇਅ, ਬੋਰਾਨ ਦਾ